ਇਹ ਵੀਡੀਓ 8ਵੀਂ ਜਮਾਤ ਦੇ ਪੰਜਾਬੀ ਦੂਜੀ ਭਾਸ਼ਾ ਦੇ ਵਿਦਿਆਰਥੀਆਂ ਲਈ ਹੈ। ਇਸ ਵੀਡੀਓ ਵਿੱਚ ਅਸੀਂ 7ਵੇਂ ਪਾਠ ਸਫਲਤਾਵਾਂ ਅਤੇ ਅਸਫਲਤਾਵਾਂ ਨੂੰ ਪੜ੍ਹਾਂਗੇ, ਸਮਝਾਂਗੇ ਅਤੇ ਇਸ ਦੇ ਪਾਠ ਅਭਿਆਸ ਨੂੰ ਹੱਲ ਕਰਾਂਗੇ। ਇਹ 8ਵੀਂ ਜਮਾਤ ਦੀ ਪੰਜਾਬੀ ਦੂਜੀ ਭਾਸ਼ਾ ਦੀ ਪਾਠ ਪੁਸਤਕ ਹੈ, ਪੰਜਾਬੀ ਪੁਸਤਕ 8, ਜਿਸ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਛਾਪਿਆ ਗਿਆ ਹੈ। ਇਸ ਪੁਸਤਕ ਦੇ ਕੁੱਲ 25 ਪਾਠ ਹਨ। ਇਹਨਾਂ ਵਿੱਚੋਂ ਅੱਜ ਅਸੀਂ 7ਵੇਂ ਪਾਠ ਸਫਲਤਾਵਾਂ ਅਤੇ ਅਸਫਲਤਾਵਾਂ, ਜੋ ਕਿ ਇੱਕ ਲੇਖ ਹੈ ਦਲੀਪ ਸਿੰਘ ਵਾਸਣ ਦੁਆਰਾ ਲਿਖਿਆ ਹੋਇਆ, ਨੂੰ ਪੜ੍ਹਾਂਗੇ, ਸਮਝਾਂਗੇ ਅਤੇ ਇਸ ਦੇ ਪਾਠ ਅਭਿਆਸ ਨੂੰ ਹੱਲ ਕਰਾਂਗੇ। ਪਾਠ 7 ਸਫਲਤਾਵਾਂ ਅਤੇ ਅਸਫਲਤਾਵਾਂ। ਮਨੁੱਖ ਦਾ ਸਾਰਾ ਜੀਵਨ ਇੱਕ ਸੰਘਰਸ਼ ਹੈ, ਇੱਕ ਘੋਲ ਹੈ। ਇਸ ਸੰਘਰਸ਼ ਵਿੱਚ ਜਿੱਤਾਂ ਵੀ ਪ੍ਰਾਪਤ ਹੁੰਦੀਆਂ ਹਨ ਤੇ ਇਸ ਘੋਲ ਵਿੱਚ ਬੰਦਾ ਹਾਰਦਾ ਵੀ ਹੈ। ਦੁਨੀਆ ਵਿੱਚ ਕੋਈ ਅਜਿਹਾ ਆਦਮੀ ਨਹੀਂ ਹੈ ਜੋ ਹਮੇਸ਼ਾ ਜਿੱਤਦਾ ਹੀ ਹੋਵੇ। ਇਸੇ ਤਰ੍ਹਾਂ ਕੋਈ ਅਜਿਹਾ ਬਦਕਿਸਮਤ ਵੀ ਨਹੀਂ ਹੈ ਜੋ ਹਮੇਸ਼ਾ ਹਾਰਦਾ ਹੀ ਹੋਵੇ। ਜਿੱਤਾਂ ਅਤੇ ਹਾਰਾਂ ਦੋਵੇਂ ਨਾਲ-ਨਾਲ ਚੱਲਦੀਆਂ ਰਹਿੰਦੀਆਂ ਹਨ। ਸੋ ਲੇਖਕ ਕੀ ਕਹਿ ਰਿਹਾ ਇਸ ਪਾਠ ਦੇ ਵਿੱਚ ਕਿ ਮਨੁੱਖ ਦਾ ਸਾਰਾ ਜੀਵਨ ਜੋ ਹੈ ਉਹ ਸੰਘਰਸ਼ ਨਾਲ ਭਰਿਆ ਹੋਇਆ ਹੈ, ਘੋਲਾਂ ਨਾਲ ਭਰਿਆ ਹੋਇਆ ਹੈ। ਇਸ ਸੰਘਰਸ਼ ਵਿੱਚ ਜਿੱਤਾਂ ਵੀ ਨੇ, ਹਾਰਾਂ ਵੀ ਨੇ। ਕਦੇ ਬੰਦਾ ਜਿੱਤਦਾ ਹੈ, ਕਦੇ ਬੰਦਾ ਹਾਰਦਾ ਹੈ। ਇਹ ਕਦੇ ਨਹੀਂ ਹੁੰਦਾ ਕਿ ਬੰਦਾ ਹਮੇਸ਼ਾ ਜਿੱਤਦਾ ਹੀ ਹੋਵੇ ਜਾਂ ਹਮੇਸ਼ਾ ਹਾਰਦਾ ਹੀ ਹੋਵੇ। ਜਿੱਤਾਂ ਅਤੇ ਹਾਰਾਂ ਦੋਵੇਂ ਨਾਲ-ਨਾਲ ਹੀ ਚੱਲਦੀਆਂ ਹਨ। ਜਦੋਂ ਅਸੀਂ ਸਫਲ ਹੋ ਜਾਂਦੇ ਹਾਂ ਤਾਂ ਅਸੀਂ ਖੁਸ਼ ਹੋ ਜਾਂਦੇ ਹਾਂ। ਜਦੋਂ ਅਸੀਂ ਅਸਫਲ ਹੁੰਦੇ ਹਾਂ ਤਾਂ ਅਸੀਂ ਦੁਖੀ ਹੁੰਦੇ ਹਾਂ। ਇਸ ਸੰਸਾਰ ਦੇ ਦੁੱਖ ਸਾਡੀਆਂ ਹਾਰਾਂ ਵਿੱਚੋਂ ਜੰਮਦੇ ਹਨ ਅਤੇ ਸੁੱਖਾਂ ਦਾ ਕਾਰਨ ਸਾਡੀਆਂ ਜਿੱਤਾਂ ਹੁੰਦੀਆਂ ਹਨ। ਜੇਕਰ ਅਸੀਂ ਖੁਸ਼ ਰਹਿਣਾ ਚਾਹੁੰਦੇ ਹਾਂ ਤਾਂ ਸਾਨੂੰ ਜਿੱਤਾਂ ਪ੍ਰਾਪਤ ਕਰਨੀਆਂ ਪੈਣਗੀਆਂ। ਜਿੱਤਾਂ ਪ੍ਰਾਪਤ ਕਰਨ ਲਈ ਸਾਨੂੰ ਮਿਹਨਤ ਕਰਨੀ ਪਵੇਗੀ। ਜੇਕਰ ਅਸੀਂ ਮਿਹਨਤ ਨਹੀਂ ਕਰਾਂਗੇ ਤਾਂ ਅਸੀਂ ਅਸਫਲ ਹੋ ਜਾਵਾਂਗੇ। ਲੇਖਕ ਕੀ ਕਹਿ ਰਿਹਾ ਹੈ ਕਿ ਜਦੋਂ ਅਸੀਂ ਸਫਲਤਾ ਪ੍ਰਾਪਤ ਕਰਦੇ ਹਾਂ ਤਾਂ ਅਸੀਂ ਬਹੁਤ ਖੁਸ਼ ਹੁੰਦੇ ਹਾਂ। ਅਸਫਲ ਹੋਣ 'ਤੇ ਅਸੀਂ ਦੁਖੀ ਹੁੰਦੇ ਹਾਂ। ਜਿਹੜੇ ਦੁੱਖ ਨੇ ਉਹ ਸਾਡੀਆਂ ਹਾਰਾਂ ਦੇ ਵਿੱਚੋਂ ਪੈਦਾ ਹੋ ਰਹੇ ਨੇ ਤੇ ਸੁੱਖ ਸਾਡੀਆਂ ਜਿੱਤਾਂ ਦੇ ਵਿੱਚੋਂ। ਲੇਖਕ ਕਹਿੰਦਾ ਹੈ ਕਿ ਜੇ ਅਸੀਂ ਖੁਸ਼ ਰਹਿਣਾ ਚਾਹੁੰਦੇ ਹਾਂ ਤਾਂ ਸਾਨੂੰ ਜਿੱਤਾਂ ਪ੍ਰਾਪਤ ਕਰਨੀਆਂ ਪੈਣਗੀਆਂ ਤੇ ਜਿੱਤਾਂ ਪ੍ਰਾਪਤ ਕਰਨ ਦੇ ਲਈ ਸਾਨੂੰ ਮਿਹਨਤ ਕਰਨੀ ਪਏਗੀ। ਜੇ ਅਸੀਂ ਮਿਹਨਤ ਨਹੀਂ ਕਰਾਂਗੇ ਤਾਂ ਅਸੀਂ ਸਫਲ ਨਹੀਂ ਹੋਵਾਂਗੇ, ਅਸਫਲ ਹੋ ਜਾਵਾਂਗੇ, ਹਾਰ ਜਾਵਾਂਗੇ। ਜੇ ਹਾਰਾਂਗੇ ਤਾਂ ਦੁਖੀ ਹੋਵਾਂਗੇ। ਸੋ ਸੁਖੀ ਰਹਿਣ ਦੇ ਲਈ ਸਾਨੂੰ ਜਿੱਤਣਾ ਪਏਗਾ। ਜਿੱਤਣ ਦੇ ਲਈ ਸਾਨੂੰ ਮਿਹਨਤ ਕਰਨੀ ਪਏਗੀ। ਮਿਹਨਤ ਬਹੁਤ ਜ਼ਰੂਰੀ ਹੈ। ਮਿਹਨਤ ਤੋਂ ਜਿੱਤਾਂ ਮਿਲਣਗੀਆਂ, ਸੁੱਖ ਮਿਲੇਗਾ। ਇਹ ਜ਼ਿੰਦਗੀ ਇੱਕ ਸੰਘਰਸ਼ ਹੈ। ਇਸ ਲਈ ਸਾਨੂੰ ਕਦੇ ਅਵੇਸਲੇ ਨਹੀਂ ਹੋਣਾ ਚਾਹੀਦਾ। ਜਿੱਥੇ ਕਿਧਰੇ ਵੀ ਅਸੀਂ ਅਵੇਸਲੇ ਹੋ ਜਾਂਦੇ ਹਾਂ, ਵਧੀਆ ਮੌਕੇ ਸਾਡੇ ਹੱਥੋਂ ਨਿਕਲ ਜਾਂਦੇ ਹਨ। ਕਹਿੰਦੇ ਹਨ, ਵਧੀਆ ਮੌਕੇ ਹਰੇਕ ਨੂੰ ਨਸੀਬ ਹੁੰਦੇ ਹਨ। ਇਹ ਮੌਕੇ ਸਾਡੇ ਅੱਗੇ ਪਿੱਛੇ ਫਿਰਦੇ ਹਨ। ਸਾਡੇ ਕੋਲੋਂ ਇਹਨਾਂ ਵਧੀਆ ਮੌਕਿਆਂ ਦੀ ਸ਼ਨਾਖਤ ਨਹੀਂ ਹੁੰਦੀ। ਅਸੀਂ ਉਹਨਾਂ ਨੂੰ ਪਕੜ ਨਹੀਂ ਸਕਦੇ। ਜਿਹੜੇ ਲੋਕੀ ਵਧੀਆ ਮੌਕਿਆਂ ਦੀ ਸ਼ਨਾਖਤ ਵੀ ਕਰ ਲੈਂਦੇ ਹਨ ਅਤੇ ਉਹਨਾਂ ਉੱਤੇ ਆਪਣੀ ਪਕੜ ਵੀ ਮਜ਼ਬੂਤ ਕਰ ਲੈਂਦੇ ਹਨ, ਉਹਨਾਂ ਲੋਕਾਂ ਦੇ ਨਾਂ ਕਾਮਯਾਬ ਇਨਸਾਨਾਂ ਦੀ ਸੂਚੀ ਵਿੱਚ ਦਰਜ ਹੋ ਜਾਂਦੇ ਹਨ। ਬਾਕੀ ਅਸੀਂ ਸਾਰੇ ਅਸਫਲ ਲੋਕ ਹਾਂ। ਅਸੀਂ ਮੌਕਿਆਂ ਦੀ ਸ਼ਨਾਖਤ ਕਰਨ ਦੀ ਕਦੇ ਕੋਸ਼ਿਸ਼ ਹੀ ਨਹੀਂ ਕਰਦੇ। ਅਸੀਂ ਅਵੇਸਲੇ ਹੀ ਰਹਿੰਦੇ ਹਾਂ। ਵਧੀਆ ਮੌਕੇ ਆਉਂਦੇ ਹਨ, ਆ ਕੇ ਚਲੇ ਜਾਂਦੇ ਹਨ, ਪਰ ਸਾਡੇ ਪੱਲੇ ਕੁਝ ਨਹੀਂ ਪੈਂਦਾ। ਸੋ ਲੇਖਕ ਕਹਿੰਦਾ ਹੈ ਕਿ ਜ਼ਿੰਦਗੀ ਜਿਹੜੀ ਹੈ ਉਹ ਇੱਕ ਸੰਘਰਸ਼ ਹੈ। ਸਾਨੂੰ ਕਦੇ ਵੀ ਅਵੇਸਲੇ ਭਾਵ ਲਾਪਰਵਾਹ ਨਹੀਂ ਹੋਣਾ ਚਾਹੀਦਾ। ਜਦੋਂ ਅਸੀਂ ਅਵੇਸਲੇ ਹੋ ਜਾਂਦੇ ਹਾਂ ਤਾਂ ਜਿਹੜੇ ਵਧੀਆ ਮੌਕੇ ਨੇ ਉਹ ਸਾਡੇ ਹੱਥੋਂ ਨਿਕਲ ਜਾਂਦੇ ਹਨ।
ਅਸੀਂ ਉਹਨਾਂ ਨੂੰ ਸਮਝ ਨਹੀਂ ਸਕਦੇ, ਉਹਨਾਂ ਦੀ ਸ਼ਨਾਖਤ ਨਹੀਂ ਕਰ ਸਕਦੇ। ਲੇਖਕ ਇਹ ਵੀ ਕਹਿੰਦਾ ਹੈ ਕਿ ਜਿਹੜੇ ਵਧੀਆ ਮੌਕੇ ਹਨ, ਉਹ ਹਰ ਇੱਕ ਨੂੰ ਨਸੀਬ ਹੁੰਦੇ ਹਨ, ਹਰ ਇੱਕ ਦੀ ਕਿਸਮਤ ਵਿੱਚ ਹੁੰਦੇ ਹਨ। ਇਹ ਮੌਕੇ ਕਹਿੰਦਾ ਸਾਡੇ ਅੱਗੇ ਪਿੱਛੇ ਹੀ ਫਿਰਦੇ ਨੇ, ਪਰ ਅਸੀਂ ਸ਼ਨਾਖਤ ਨਹੀਂ ਕਰ ਸਕਦੇ, ਅਸੀਂ ਇਹਨਾਂ ਨੂੰ ਪਛਾਣ ਨਹੀਂ ਸਕਦੇ ਤੇ ਨਾ ਹੀ ਅਸੀਂ ਇਹਨਾਂ ਨੂੰ ਪਕੜ ਸਕਦੇ ਹਾਂ। ਜਿਹੜੇ ਲੋਕ ਮਿਹਨਤੀ ਲੋਕ ਸਿਆਣੇ ਲੋਕ ਵਧੀਆ ਮੌਕਿਆਂ ਨੂੰ ਪਛਾਣ ਲੈਂਦੇ ਹਨ, ਉਹਨਾਂ ਤੇ ਆਪਣੀ ਪਕੜ ਮਜ਼ਬੂਤ ਕਰ ਲੈਂਦੇ ਹਨ, ਤਾਂ ਉਹਨਾਂ ਦੇ ਜਿਹੜੇ ਨਾਂ ਨੇ ਉਹ ਕਾਮਯਾਬ ਇਨਸਾਨਾਂ ਦੀ ਸੂਚੀ 'ਚ ਦਰਜ ਹੁੰਦੇ ਹਨ, ਭਾਵ ਉਹ ਇਨਸਾਨ ਕਾਮਯਾਬ ਹੋ ਜਾਂਦੇ ਹਨ। ਸੋ ਬਾਕੀ ਜਿਹੜੇ ਲੋਕ ਨੇ ਉਹ ਅਸਫਲ ਰਹਿ ਜਾਂਦੇ ਨੇ, ਕਿਉਂ? ਕਿਉਂਕਿ ਉਹ ਮੌਕਿਆਂ ਨੂੰ ਪਛਾਣਨ ਦੀ, ਉਹਨਾਂ ਦੀ ਸ਼ਨਾਖਤ ਕਰਨ ਦੀ ਕੋਸ਼ਿਸ਼ ਹੀ ਨਹੀਂ ਕਰਦੇ, ਅਵੇਸਲੇ ਰਹਿ ਜਾਂਦੇ ਹਨ। ਵਧੀਆ ਮੌਕੇ ਆਉਂਦੇ ਨੇ, ਚਲੇ ਜਾਂਦੇ ਨੇ, ਪਰ ਨਾ ਪਛਾਣਨ ਕਰਕੇ ਉਹਨਾਂ ਦੇ ਪੱਲੇ ਕੁਝ ਵੀ ਨਹੀਂ ਪੈਂਦਾ। ਅਸਫਲਤਾਵਾਂ ਮਨੁੱਖ ਨੂੰ ਨਿਰਾਸ਼ ਕਰਦੀਆਂ ਹਨ। ਇਹ ਨਿਰਾਸ਼ਾ ਮਨੁੱਖੀ ਸ਼ਕਤੀ ਘਟਾ ਕੇ ਰੱਖ ਦਿੰਦੀ ਹੈ। ਬੰਦੇ ਦਾ ਵਿਅਕਤਿਤਵ ਹੀ ਖਰਾਬ ਹੋ ਕੇ ਰਹਿ ਜਾਂਦਾ ਹੈ। ਨਿਰਾਸ਼ਾ ਇੱਕ ਹੋਰ ਨਿਰਾਸ਼ਾ ਨੂੰ ਜਨਮ ਦਿੰਦੀ ਹੈ। ਇਸੇ ਕਰਕੇ ਸਿਆਣੇ ਕਹਿੰਦੇ ਹਨ ਕਿ ਨਿਰਾਸ਼ਾ ਪੈਦਾ ਕਰਨ ਵਾਲੇ ਮੌਕਿਆਂ ਤੋਂ ਬਚਣਾ ਚਾਹੀਦਾ ਹੈ। ਅਸੀਂ ਉਹ ਮੌਕੇ ਪੈਦਾ ਕਰ ਲਈਏ ਜਿੱਥੇ ਜਿੱਤਾਂ ਹਨ, ਖੁਸ਼ੀਆਂ ਹਨ। ਨਿੱਕੀ ਜਿਹੀ ਜਿੱਤ ਵੀ ਖੁਸ਼ੀ ਪ੍ਰਦਾਨ ਕਰਦੀ ਹੈ। ਜੇਕਰ ਅਸੀਂ ਵੱਡੇ ਮੌਕਿਆਂ ਦੀ ਪਕੜ ਨਹੀਂ ਕਰ ਸਕਦੇ ਤਾਂ ਕੀ ਹੋਇਆ? ਅਸੀਂ ਨਿੱਕੇ ਮੌਕਿਆਂ ਦਾ ਲਾਭ ਤਾਂ ਉਠਾ ਹੀ ਸਕਦੇ ਹਾਂ, ਤੇ ਨਿੱਕੀ ਜਿਹੀ ਜਿੱਤ ਵੀ ਵੱਡੀ ਜਿੱਤ ਜਿੰਨੀ ਖੁਸ਼ੀ ਦਿੰਦੀ ਹੈ। ਨਿਰਾਸ਼ਾ ਤੋਂ ਬਚਣ ਲਈ ਨਿੱਕੀਆਂ ਜਿੱਤਾਂ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਅੱਜ ਅਸੀਂ ਨਿੱਕੀਆਂ ਜਿੱਤਾਂ ਪ੍ਰਾਪਤ ਕਰਦੇ ਹਾਂ, ਕੱਲ੍ਹ ਅਸੀਂ ਵੱਡੀਆਂ ਜਿੱਤਾਂ ਵੀ ਪ੍ਰਾਪਤ ਕਰ ਸਕਦੇ ਹਾਂ। ਆਖਰ ਜਿੱਤਾਂ ਦਾ ਸਿਲਸਿਲਾ ਕਿਸੇ ਨਾ ਕਿਸੇ ਸਿਰਿਓਂ ਤਾਂ ਸ਼ੁਰੂ ਕਰਨਾ ਹੀ ਹੁੰਦਾ ਹੈ। ਸੋ ਲੇਖਕ ਕੀ ਕਹਿ ਰਿਹਾ ਹੈ ਕਿ ਜਦੋਂ ਮਨੁੱਖ ਅਸਫਲ ਹੁੰਦਾ ਹੈ, ਜਦੋਂ ਉਸਦੇ ਹਿੱਸੇ ਅਸਫਲਤਾਵਾਂ ਆਉਂਦੀਆਂ ਹਨ, ਤਾਂ ਉਹ ਮਨੁੱਖ ਨੂੰ ਨਿਰਾਸ਼ ਕਰਦੀਆਂ ਹਨ। ਮਨੁੱਖ ਨਿਰਾਸ਼ ਹੋ ਜਾਂਦਾ ਹੈ। ਨਿਰਾਸ਼ਾ ਜਿਹੜੀ ਹੈ ਉਸਦੀ ਸ਼ਕਤੀ ਨੂੰ ਘਟਾ ਦਿੰਦੀ ਹੈ, ਉਸਦਾ ਵਿਅਕਤਿਤਵ ਖਰਾਬ ਹੋ ਜਾਂਦਾ ਹੈ। ਨਿਰਾਸ਼ਾ ਫਿਰ ਹੋਰ ਨਿਰਾਸ਼ਾ ਨੂੰ ਜਨਮ ਦਿੰਦੀ ਹੈ। ਲੇਖਕ ਕਹਿੰਦਾ ਹੈ ਕਿ ਇਸੇ ਕਰਕੇ ਸਿਆਣੇ ਕਹਿੰਦੇ ਹਨ ਕਿ ਨਿਰਾਸ਼ਾ ਪੈਦਾ ਕਰਨ ਵਾਲੇ ਮੌਕਿਆਂ ਤੋਂ ਹਮੇਸ਼ਾ ਬਚੋ। ਜੇਕਰ ਅਸੀਂ ਅਜਿਹੇ ਮੌਕੇ ਪੈਦਾ ਕਰਾਂਗੇ ਜਿੱਥੇ ਜਿੱਤਾਂ ਹੋਣ, ਖੁਸ਼ੀਆਂ ਹੋਣ, ਤਾਂ ਅਸੀਂ ਖੁਸ਼ ਰਹਾਂਗੇ। ਲੇਖਕ ਕੀ ਕਹਿੰਦਾ ਹੈ ਕਿ ਛੋਟੀਆਂ ਚੀਜ਼ਾਂ ਵੀ ਖੁਸ਼ੀ ਪ੍ਰਦਾਨ ਕਰਦੀਆਂ ਹਨ, ਭਾਵ ਜਿਹੜੀ ਛੋਟੀ ਜਿਹੀ ਜਿੱਤ ਹੈ ਉਹ ਵੀ ਖੁਸ਼ੀ ਪ੍ਰਦਾਨ ਕਰਦੀ ਹੈ। ਜੇ ਅਸੀਂ ਵੱਡੇ ਮੌਕਿਆਂ ਨੂੰ ਨਹੀਂ ਪਕੜ ਸਕਦੇ, ਕਹਿੰਦਾ ਕੋਈ ਗੱਲ ਨਹੀਂ, ਨਿੱਕੇ ਮੌਕੇ ਲੱਭੋ, ਕਿਉਂਕਿ ਨਿੱਕੀ ਜਿੱਤ ਦੀ ਜਿਹੜੀ ਖੁਸ਼ੀ ਹੈ ਉਹ ਵੱਡੀ ਜਿੱਤ ਜਿੰਨੀ ਹੁੰਦੀ ਹੈ। ਨਿਰਾਸ਼ਾ ਤੋਂ ਬਚਣ ਦੇ ਲਈ ਲੇਖਕ ਕਹਿੰਦਾ ਹੈ ਕਿ ਛੋਟੀਆਂ ਜਿੱਤਾਂ ਵੱਲ ਧਿਆਨ ਦਿਓ। ਜਿਵੇਂ ਅੱਜ ਅਸੀਂ ਛੋਟੀਆਂ ਜਿੱਤਾਂ ਪ੍ਰਾਪਤ ਕਰ ਰਹੇ ਹਾਂ, ਉਵੇਂ ਕੱਲ੍ਹ ਅਸੀਂ ਵੱਡੀਆਂ ਜਿੱਤਾਂ ਪ੍ਰਾਪਤ ਕਰਾਂਗੇ। ਕਿ ਆਖਿਰ ਕਹਿੰਦਾ ਜਿੱਤਾਂ ਦਾ ਜਿਹੜਾ ਸਿਲਸਿਲਾ ਹੈ ਉਹ ਕਿਸੇ ਸਿਰਿਓਂ ਤਾਂ ਸ਼ੁਰੂ ਕਰਨਾ ਹੀ ਹੈ। ਸੋ ਸ਼ੁਰੂਆਤ ਜਿਹੜੀ ਹੈ ਉਹ ਛੋਟੀਆਂ ਜਿੱਤਾਂ ਤੋਂ ਕਰ ਦਿਓ। ਜਦੋਂ ਕੋਈ ਪੱਕੀ ਧਾਰ ਲੈਂਦਾ ਹੈ ਕਿ ਉਸਨੇ ਜਿੱਤ ਪ੍ਰਾਪਤ ਕਰਨੀ ਹੀ ਹੈ, ਤਾਂ ਕੋਈ ਨਾ ਕੋਈ ਹੀਲਾ ਵਸੀਲਾ ਵੀ ਲੱਭ ਪੈਂਦਾ ਹੈ। ਟੀਚਾ ਮਿੱਥ ਲਈਏ ਤਾਂ ਤਰੀਕਾ ਵੀ ਲੱਭ ਪੈਂਦਾ ਹੈ। ਜਿੱਤ ਪ੍ਰਾਪਤ ਕਰਨ ਦੀ ਖਾਹਿਸ਼ ਕਰਨ ਨਾਲ ਹੀ ਕਿੰਨੀਆਂ ਤਰਕੀਬਾਂ ਸੁੱਝ ਪੈਂਦੀਆਂ ਹਨ। ਜਿੱਤਾਂ ਪ੍ਰਾਪਤ ਕਰਨਾ ਇੱਕ ਆਦਤ ਬਣਾ ਲੈਣੀ ਚਾਹੀਦੀ ਹੈ। ਜੇਕਰ ਕਦੇ ਕਿਸੇ ਹਾਰ ਦਾ ਸਾਹਮਣਾ ਕਰਨਾ ਪੈ ਹੀ ਜਾਵੇ ਤਾਂ ਸਾਨੂੰ ਹੌਸਲਾ ਨਹੀਂ ਛੱਡਣਾ ਚਾਹੀਦਾ। ਹੰਬਲਾ ਮਾਰੋ, ਮਿਹਨਤ ਕਰੋ ਤੇ ਤੁਸੀਂ ਜਿੱਤ ਪ੍ਰਾਪਤ ਕਰ ਲਵੋਗੇ। ਕਈ ਵਾਰ ਕਿਸੇ ਹਾਰ ਵਿੱਚੋਂ ਵੀ ਉੱਦਮ ਕਰਨ ਨਾਲ ਜਿੱਤ ਪ੍ਰਾਪਤ ਹੋ ਜਾਂਦੀ ਹੈ, ਜਿਸ ਨਾਲ ਤੁਸੀਂ ਆਪ, ਤੁਹਾਡਾ ਪਰਿਵਾਰ ਅਤੇ ਤੁਹਾਡਾ ਆਲਾ ਦੁਆਲਾ ਖੁਸ਼ਹਾਲ ਹੋ ਜਾਂਦਾ ਹੈ। ਸੋ ਲੇਖਕ ਕੀ ਕਹਿ ਰਿਹਾ ਹੈ ਕਿ ਜੇ ਕੋਈ ਇਨਸਾਨ ਇਹ ਧਾਰ ਲਵੇ ਕਿ ਉਸਨੇ ਜਿੱਤ ਪ੍ਰਾਪਤ ਕਰਨੀ ਹੀ ਹੈ, ਤਾਂ ਉਸਦਾ ਕੋਈ ਨਾ ਕੋਈ ਹੀਲਾ ਵਸੀਲਾ ਆਪੇ ਬਣ ਜਾਂਦਾ ਹੈ। ਕਹਿੰਦਾ ਜਦੋਂ ਅਸੀਂ ਆਪਣਾ ਟੀਚਾ ਮਿੱਥ ਲੈਂਦੇ ਹਾਂ, ਆਪਣੀ ਪ੍ਰਾਪਤੀ ਨੂੰ ਮਿੱਥ ਲੈਂਦੇ ਹਾਂ, ਤਾਂ ਤਰੀਕੇ ਵੀ, ਢੰਗ ਵੀ ਆਪਣੇ ਆਪ ਲੱਭ ਪੈਂਦੇ ਨੇ। ਕਹਿੰਦਾ ਲੇਖਕ ਇਹ ਕਹਿੰਦਾ ਕਿ ਜੇ ਤੁਸੀਂ ਕੇਵਲ ਜਿੱਤ ਪ੍ਰਾਪਤੀ ਦੀ ਖਾਹਿਸ਼ ਹੀ ਰੱਖ ਲਓ,
ਤਾਂ ਹੀ ਤੁਹਾਨੂੰ ਕਿੰਨੀਆਂ ਤਰਕੀਬਾਂ ਜਿਹੜੀਆਂ ਨੇ ਉਹ ਸੁੱਝ ਜਾਂਦੀਆਂ ਨੇ। ਕਹਿੰਦਾ ਸਾਨੂੰ ਜਿੱਤਾਂ ਪ੍ਰਾਪਤ ਕਰ ਲੈਣਾ ਇੱਕ ਆਦਤ ਬਣਾ ਲੈਣੀ ਚਾਹੀਦੀ ਹੈ। ਜੇਕਰ ਕਦੇ ਹਾਰ ਦਾ ਸਾਹਮਣਾ ਕਰਨਾ ਵੀ ਪੈ ਜਾਵੇ, ਭਾਵ ਅਸੀਂ ਹਾਰ ਵੀ ਜਾਈਏ, ਤਾਂ ਸਾਨੂੰ ਹੌਸਲਾ ਨਹੀਂ ਛੱਡਣਾ ਚਾਹੀਦਾ। ਕੋਸ਼ਿਸ਼ ਕਰਨੀ ਚਾਹੀਦੀ ਹੈ, ਹੰਭਲਾ ਮਾਰਨਾ ਚਾਹੀਦਾ ਹੈ, ਮਿਹਨਤ ਕਰਨੀ ਚਾਹੀਦੀ ਹੈ। ਮਿਹਨਤ ਤੁਹਾਨੂੰ ਜਿੱਤ ਪ੍ਰਾਪਤ ਕਰਨ ਵਿੱਚ ਬਹੁਤ ਮਦਦ ਦੇਵੇਗੀ, ਭਾਵ ਤੁਹਾਡੀ ਜਿੱਤ ਯਕੀਨੀ ਹੈ। ਲੇਖਕ ਕੀ ਕਹਿੰਦਾ ਹੈ ਕਿ ਕਈ ਵਾਰ ਜੇ ਹਾਰ ਵਿੱਚੋਂ ਵੀ ਅਸੀਂ ਕੋਸ਼ਿਸ਼ ਕਰੀਏ, ਉੱਦਮ ਕਰੀਏ, ਤਾਂ ਹਾਰ ਵਿੱਚੋਂ ਵੀ ਜਿੱਤ ਮਿਲ ਜਾਂਦੀ ਹੈ, ਉਹਦੇ 'ਚੋਂ ਵੀ ਜਿੱਤ ਪ੍ਰਾਪਤ ਹੋ ਜਾਂਦੀ ਹੈ। ਜਿਸ ਨਾਲ ਕੀ ਹੈ, ਤੁਹਾਡਾ ਕਹਿੰਦਾ ਆਪਣਾ ਆਪ, ਤੁਹਾਡਾ ਪਰਿਵਾਰ, ਆਲਾ ਦੁਆਲਾ ਸਾਰਾ ਹੀ ਖੁਸ਼ਹਾਲ ਹੋ ਜਾਂਦਾ ਹੈ, ਖੁਸ਼ ਹੋ ਜਾਂਦਾ ਹੈ। ਇਹ ਕਦੀ ਨਾ ਸੋਚੋ ਕਿ ਕੰਮ ਆਪੇ ਹੋ ਜਾਵੇਗਾ। ਕਹਿੰਦੇ ਹਨ, ਰੱਬ ਵੀ ਉਹਨਾਂ ਦੀ ਮਦਦ ਕਰਦਾ ਹੈ ਜੋ ਆਪਣੀ ਮਦਦ ਆਪ ਕਰਦੇ ਹਨ। ਹਰ ਕੰਮ ਕੀਤਿਆਂ ਹੀ ਹੋਣਾ ਹੈ। ਸਿਰਫ ਪ੍ਰਾਰਥਨਾ ਕਰਕੇ ਬੈਠੇ ਰਹਿਣਾ ਠੀਕ ਨਹੀਂ ਹੈ। ਪ੍ਰਾਰਥਨਾ ਤੁਹਾਨੂੰ ਹੌਸਲਾ ਦੇ ਸਕਦੀ ਹੈ, ਪਰ ਕੰਮ ਸਿਰੇ ਚਾੜ੍ਹਨ ਲਈ ਉੱਦਮ ਕਰਨਾ ਪੈਂਦਾ ਹੈ, ਤੇ ਇਹ ਲਾਜ਼ਮੀ ਵੀ ਹੈ। ਲੇਖਕ ਕੀ ਕਹਿੰਦਾ ਹੈ ਕਿ ਇਹ ਕਦੇ ਨਾ ਸੋਚੋ ਕਿ ਕੰਮ ਆਪਣੇ ਆਪ ਹੋ ਜਾਏਗਾ। ਕਿਉਂ? ਕਹਿੰਦਾ ਇਹ ਇੱਕ ਆਮ ਕਿਹਾ ਜਾਂਦਾ ਹੈ ਕਿ ਰੱਬ ਵੀ ਉਹਨਾਂ ਦੀ ਮਦਦ ਕਰਦਾ ਹੈ ਜੋ ਆਪਣੀ ਮਦਦ ਆਪ ਕਰਦੇ ਹਨ, ਭਾਵ ਮਿਹਨਤ ਕਰਦੇ ਹਨ। ਸੋ ਕਹਿੰਦਾ ਕੰਮ ਕਰਿਆਂ ਤੋਂ ਹੀ ਹੋਣਾ ਹੈ। ਸਿਰਫ ਕਹਿੰਦਾ ਪ੍ਰਾਰਥਨਾ ਕਰਕੇ ਬੈਠੇ ਰਹਿਣਾ ਠੀਕ ਨਹੀਂ ਹੈ। ਪ੍ਰਾਰਥਨਾ ਤੁਹਾਨੂੰ ਕਹਿੰਦਾ ਹੌਸਲਾ ਦੇ ਸਕਦੀ ਹੈ, ਪਰ ਕੰਮ ਕਰਨ ਦੇ ਲਈ ਤੁਹਾਨੂੰ ਹਿੰਮਤ ਕਰਨੀ ਪਏਗੀ। ਇਹੀ ਜ਼ਰੂਰੀ ਹੈ। ਹਿੰਮਤ ਤੇ ਮਿਹਨਤ ਤੋਂ ਬਿਨਾਂ ਕੰਮ ਨਹੀਂ ਹੋਵੇਗਾ। ਅਸੀਂ ਦੇਖਦੇ ਹਾਂ ਕਿ ਸਾਡੇ ਵਰਗੇ ਮਨੁੱਖਾਂ ਨੇ ਇਸ ਦੁਨੀਆ ਵਿੱਚ ਕੀ ਕੁਝ ਬਣਾ ਦਿੱਤਾ ਹੈ। ਉਹ ਇਹ ਲੋਕੀ ਹੀ ਸਨ ਜਿਨ੍ਹਾਂ ਦੇ ਮਨ ਅੰਦਰ ਕੁਝ ਕਰ ਦਿਖਾਉਣ ਦੀ ਖਾਹਿਸ਼ ਸੀ। ਇਸੇ ਖਾਹਿਸ਼ ਨੇ ਹੀ ਉਹਨਾਂ ਦੀ ਜਿੱਤ ਸਿਰੇ ਲਾ ਦਿੱਤੀ। ਇਹ ਜਿੰਨੀਆਂ ਵੀ ਵਿਗਿਆਨ ਤੇ ਟੈਕਨੋਲੋਜੀ ਦੇ ਖੇਤਰ ਵਿੱਚ ਕਾਢਾਂ ਕੱਢੀਆਂ ਗਈਆਂ ਹਨ ਜਾਂ ਆਵਿਸ਼ਕਾਰ ਕੀਤੇ ਗਏ ਹਨ, ਇਹ ਅਣਥੱਕ ਲੋਕਾਂ ਦੀ ਮਿਹਨਤ ਸਦਕਾ ਹੀ ਹੋਂਦ ਵਿੱਚ ਆਏ ਹਨ। ਲੇਖਕ ਕੀ ਕਹਿੰਦਾ ਹੈ ਕਿ ਇਹ ਅਸੀਂ ਦੇਖਦੇ ਹੀ ਹਾਂ ਕਿ ਮਨੁੱਖ ਨੇ ਇਸ ਦੁਨੀਆ 'ਚ ਕਿੰਨਾ ਕੁਝ ਬਣਾ ਦਿੱਤਾ ਹੈ। ਕਹਿੰਦਾ ਇਹ ਉਹ ਲੋਕ ਨੇ ਜਿਨ੍ਹਾਂ ਨੇ ਇੰਨੀ ਤਰੱਕੀ ਦੇ ਵਿੱਚ ਮਦਦ ਕੀਤੀ ਹੈ। ਇਹ ਉਹ ਲੋਕ ਨੇ ਜਿਨ੍ਹਾਂ ਦੇ ਮਨ ਅੰਦਰ ਕੁਝ ਕਰਨ ਦੀ ਇੱਛਾ ਸੀ, ਕੁਝ ਕਰ ਦਿਖਾਉਣ ਦੀ ਖਾਹਿਸ਼ ਸੀ। ਇਸ ਇੱਛਾ ਨੇ, ਇਸ ਖਾਹਿਸ਼ ਨੇ ਉਹਨਾਂ ਦੀ ਜਿੱਤ ਨੂੰ ਸਿਰੇ ਲਾ ਦਿੱਤਾ, ਭਾਵ ਉਹਨਾਂ ਦੀ ਜਿੱਤ ਯਕੀਨੀ ਹੋ ਗਈ। ਇਹ ਜਿੰਨੀਆਂ ਵੀ ਕਹਿੰਦਾ ਵਿਗਿਆਨ ਤੇ ਟੈਕਨੋਲੋਜੀ ਦੇ ਖੇਤਰ ਦੇ ਵਿੱਚ ਕਾਢਾਂ ਕੱਢੀਆਂ ਗਈਆਂ, ਆਵਿਸ਼ਕਾਰ ਕੀਤੇ ਗਏ, ਇਹ ਕਹਿੰਦਾ ਅਣਥੱਕ ਜਿਹੜੇ ਮਿਹਨਤੀ ਲੋਕ ਸੀ, ਉਹਨਾਂ ਦੀ ਮਿਹਰਬਾਨੀ ਸਦਕਾ ਹੀ ਇਹ ਹੋ ਸਕੇ ਹਨ। ਸਾਡੀ ਸਫਲਤਾ ਸਾਫ਼ ਸੁਥਰੀ ਹੋਣੀ ਚਾਹੀਦੀ ਹੈ। ਕਿਸੇ ਨੂੰ ਧੋਖਾ ਦੇ ਕੇ, ਉਸ ਦਾ ਹੱਕ ਮਾਰ ਕੇ ਜਦੋਂ ਅਸੀਂ ਕੋਈ ਸਫਲਤਾ ਪ੍ਰਾਪਤ ਕਰਦੇ ਹਾਂ, ਤਾਂ ਸਾਡੀਆਂ ਖੁਸ਼ੀਆਂ ਬਣਾਉਟੀ ਹੋ ਜਾਂਦੀਆਂ ਹਨ। ਇੱਕ ਡਰ ਤੇ ਭੈ ਸਾਡੇ ਜ਼ਿਹਨ ਵਿੱਚ ਆ ਬੈਠਦਾ ਹੈ, ਜੋ ਸਾਨੂੰ ਪੂਰੀ ਤਰ੍ਹਾਂ ਖੁਸ਼ ਨਹੀਂ ਹੋਣ ਦਿੰਦਾ। ਅਜਿਹੀ ਖੁਸ਼ੀ ਪ੍ਰਾਪਤ ਕਰਨ ਵਾਲਿਆਂ ਦਾ ਹਸ਼ਰ ਵੀ ਮਾੜਾ ਹੁੰਦਾ ਹੈ। ਸੋ ਲੇਖਕ ਕੀ ਕਹਿ ਰਿਹਾ ਹੈ ਕਿ ਜਿਹੜੀ ਅਸੀਂ ਸਫਲਤਾ ਪ੍ਰਾਪਤ ਕਰਨੀ ਹੈ, ਉਹ ਸਾਫ਼ ਸੁਥਰੀ ਹੋਣੀ ਚਾਹੀਦੀ ਹੈ। ਉਸ ਦੇ ਵਿੱਚ ਕਿਸੇ ਕਿਸਮ ਦਾ ਕੋਈ ਧੋਖਾ ਜਾਂ ਕਿਸੇ ਦਾ ਹੱਕ ਮਾਰ ਕੇ ਸਫਲਤਾ ਪ੍ਰਾਪਤ ਕਰਨੀ, ਇਹ ਨਹੀਂ ਹੋਣਾ ਚਾਹੀਦਾ। ਇਹ ਚੀਜ਼ਾਂ ਕਹਿੰਦਾ ਜਦੋਂ ਅਸੀਂ ਕਰਦੇ ਹਾਂ, ਤਾਂ ਸਾਡੀਆਂ ਪ੍ਰਾਪਤ ਕੀਤੀਆਂ ਖੁਸ਼ੀਆਂ ਜਿਹੜੀਆਂ ਨੇ, ਉਹ ਅਸਲ ਦੇ ਵਿੱਚ ਖੁਸ਼ੀਆਂ ਨਹੀਂ ਹੁੰਦੀਆਂ, ਉਹ ਬਣਾਉਟੀ ਖੁਸ਼ੀਆਂ ਹੋ ਜਾਂਦੀਆਂ ਨੇ। ਕਿਉਂ? ਕਿਉਂਕਿ ਇੱਕ ਡਰ ਤੇ ਭੈ ਸਾਡੇ ਅੰਦਰ ਵੜ ਬੈਠਦਾ ਹੈ ਕਿ ਅਸੀਂ ਇਹ ਗਲਤ ਕੰਮ ਕੀਤਾ ਹੈ, ਜੋ ਸਾਨੂੰ ਪੂਰੀ ਤਰ੍ਹਾਂ ਖੁਸ਼ ਨਹੀਂ ਹੋਣ ਦਿੰਦਾ। ਕਹਿੰਦਾ ਅਜਿਹੀ ਖੁਸ਼ੀ ਜਿਹੜੇ ਲੋਕ ਪ੍ਰਾਪਤ ਵੀ ਕਰ ਲੈਂਦੇ ਨੇ, ਧੋਖੇ ਦੇ ਕੇ, ਲੋਕਾਂ ਦਾ ਹੱਕ ਮਾਰ ਕੇ, ਉਹਨਾਂ ਦਾ ਕਹਿੰਦਾ ਹਸ਼ਰ ਜਿਹੜਾ ਹੈ, ਉਹਨਾਂ ਦਾ ਅੰਤ ਬਹੁਤ ਮਾੜਾ ਹੁੰਦਾ ਹੈ। ਸੋ ਇਹ ਸੀ ਪਾਠ ਸਫਲਤਾਵਾਂ ਅਤੇ ਅਸਫਲਤਾਵਾਂ, ਜਿਸ ਨੂੰ ਅਸੀਂ ਪੜ੍ਹਿਆ ਤੇ ਸਮਝਿਆ। ਹੁਣ ਇਸ ਦੇ ਪਾਠ ਅਭਿਆਸ ਵੱਲ ਵੱਧਦੇ ਹਾਂ। ਪਾਠ ਅਭਿਆਸ ਦੇ ਵਿੱਚ ਸਭ ਤੋਂ ਪਹਿਲਾ ਜੋ ਹੈ ਭਾਗ, ਉਹ ਹੈ ਅੱਗੇ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ। ਇਸ ਵਿੱਚ ਸਾਡੇ ਕੋਲ 5 ਪ੍ਰਸ਼ਨ ਹਨ। ਪਹਿਲਾ ਪ੍ਰਸ਼ਨ ਹੈ, ਮਨੁੱਖ ਦਾ ਜੀਵਨ ਕੀ ਹੈ? ਇਸ ਪ੍ਰਸ਼ਨ ਦਾ ਉੱਤਰ ਸਾਨੂੰ ਪਾਠ ਦੇ ਵਿੱਚੋਂ ਬਹੁਤ ਹੀ ਆਸਾਨੀ ਨਾਲ ਮਿਲ ਜਾਂਦਾ ਹੈ।
ਤੁਸੀਂ ਪਾਠ ਦੇ ਆਰੰਭ ਦੇ ਵਿੱਚ ਹੀ ਇਸ ਦਾ ਉੱਤਰ ਵੇਖ ਸਕਦੇ ਹੋ। ਸੋ ਇਸ ਪ੍ਰਸ਼ਨ ਦਾ ਉੱਤਰ ਉੱਥੋਂ ਲੱਭੋ। ਹੁਣ ਵੇਖਦੇ ਹਾਂ ਸਹੀ ਉੱਤਰ ਕੀ ਹੈ। ਸਹੀ ਉੱਤਰ ਹੈ, ਮਨੁੱਖ ਦਾ ਸਾਰਾ ਜੀਵਨ ਇੱਕ ਸੰਘਰਸ਼ ਹੈ, ਇੱਕ ਘੋਲ ਹੈ। ਅਗਲਾ ਪ੍ਰਸ਼ਨ, ਖੁਸ਼ ਰਹਿਣ ਲਈ ਸਾਨੂੰ ਕੀ ਪ੍ਰਾਪਤ ਕਰਨਾ ਪਵੇਗਾ? ਸੋ ਇਸ ਪ੍ਰਸ਼ਨ ਦਾ ਉੱਤਰ ਵੀ ਸਾਨੂੰ ਪਾਠ ਦੇ ਵਿੱਚੋਂ ਬਹੁਤ ਹੀ ਆਸਾਨੀ ਦੇ ਨਾਲ ਮਿਲ ਜਾਂਦਾ ਹੈ। ਇਸ ਪ੍ਰਸ਼ਨ ਦਾ ਉੱਤਰ ਹੈ, ਖੁਸ਼ ਰਹਿਣ ਲਈ ਸਾਨੂੰ ਜਿੱਤਾਂ ਪ੍ਰਾਪਤ ਕਰਨੀਆਂ ਪੈਣਗੀਆਂ। ਅਗਲਾ ਪ੍ਰਸ਼ਨ, ਜਦੋਂ ਅਸੀਂ ਅਵੇਸਲੇ ਹੋ ਜਾਂਦੇ ਹਾਂ ਤਾਂ ਕੀ ਨੁਕਸਾਨ ਹੁੰਦਾ ਹੈ? ਸੋ ਇਸ ਪ੍ਰਸ਼ਨ ਦਾ ਉੱਤਰ ਵੀ ਸਾਨੂੰ ਪਾਠ ਦੇ ਆਰੰਭ ਦੇ ਵਿੱਚ ਹੀ ਬਹੁਤ ਹੀ ਆਸਾਨੀ ਨਾਲ ਮਿਲ ਜਾਂਦਾ ਹੈ। ਇਸ ਪ੍ਰਸ਼ਨ ਦਾ ਉੱਤਰ ਉੱਥੋਂ ਲੱਭੋ। ਹੁਣ ਵੇਖਦੇ ਹਾਂ ਸਹੀ ਉੱਤਰ ਕੀ ਹੈ। ਜਦੋਂ ਅਸੀਂ ਅਵੇਸਲੇ ਹੋ ਜਾਂਦੇ ਹਾਂ ਤਾਂ ਵਧੀਆ ਮੌਕੇ ਸਾਡੇ ਹੱਥੋਂ ਨਿਕਲ ਜਾਂਦੇ ਹਨ। ਅਗਲਾ ਪ੍ਰਸ਼ਨ, ਅਸਫਲਤਾਵਾਂ ਦਾ ਮਨੁੱਖ ਤੇ ਕੀ ਅਸਰ ਪੈਂਦਾ ਹੈ? ਇਹ ਚੌਥਾ ਪ੍ਰਸ਼ਨ ਹੈ। ਇਸ ਪ੍ਰਸ਼ਨ ਦਾ ਉੱਤਰ ਵੀ ਸਾਨੂੰ ਪਾਠ ਦੇ ਵਿੱਚੋਂ ਬਹੁਤ ਹੀ ਆਸਾਨੀ ਨਾਲ ਮਿਲ ਜਾਂਦਾ ਹੈ। ਇਸ ਪ੍ਰਸ਼ਨ ਦਾ ਉੱਤਰ ਉੱਥੋਂ ਲੱਭੋ। ਕਾਪੀਆਂ ਵਿੱਚ ਨੋਟ ਕਰੋ। ਹੁਣ ਆਪਣੇ ਉੱਤਰ ਨੂੰ ਵੀਡੀਓ ਦੇ ਨਾਲ ਮਿਲਾਓ। ਅਸਫਲਤਾਵਾਂ ਮਨੁੱਖ ਨੂੰ ਨਿਰਾਸ਼ ਕਰਦੀਆਂ ਹਨ ਅਤੇ ਨਿਰਾਸ਼ਾ ਮਨੁੱਖੀ ਸ਼ਕਤੀ ਘਟਾਉਂਦੀ ਹੈ। ਅਗਲਾ ਪ੍ਰਸ਼ਨ, ਸਾਡੀ ਸਫਲਤਾ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ? ਸੋ ਇਸ ਪ੍ਰਸ਼ਨ ਦਾ ਉੱਤਰ ਸਾਨੂੰ ਪਾਠ ਦੇ ਅੰਤਲੇ ਹਿੱਸੇ ਦੇ ਵਿੱਚ ਬਹੁਤ ਹੀ ਆਸਾਨੀ ਨਾਲ ਮਿਲ ਜਾਂਦਾ ਹੈ। ਇਸ ਪ੍ਰਸ਼ਨ ਦਾ ਉੱਤਰ ਉੱਥੋਂ ਲੱਭੋ। ਕਾਪੀਆਂ ਵਿੱਚ ਨੋਟ ਕਰੋ। ਹੁਣ ਆਪਣੇ ਉੱਤਰ ਨੂੰ ਵੀਡੀਓ ਦੇ ਨਾਲ ਮਿਲਾਓ। ਸਾਡੀ ਸਫਲਤਾ ਸਾਫ਼ ਸੁਥਰੀ ਹੋਣੀ ਚਾਹੀਦੀ ਹੈ। ਸੋ ਇਹ ਸੀ 5 ਪ੍ਰਸ਼ਨਾਂ ਦੇ ਉੱਤਰ। ਹੁਣ ਅਗਲੇ ਭਾਗ ਵੱਲ ਵੱਧਦੇ ਹਾਂ। ਅਗਲਾ ਭਾਗ ਹੈ ਖਾਲੀ ਥਾਵਾਂ ਭਰੋ। ਸਾਡੇ ਕੋਲ ਇਹ 5 ਵਾਕ ਹਨ ਜਿਨ੍ਹਾਂ ਦੇ ਵਿੱਚ ਅਸੀਂ 5 ਸ਼ਬਦ ਭਰ ਕੇ ਇਹਨਾਂ ਨੂੰ ਪੂਰਾ ਕਰਨਾ ਹੈ। ਥੱਲੇ 5 ਸ਼ਬਦ ਦਿੱਤੇ ਹੋਏ ਹਨ ਜਿਨ੍ਹਾਂ ਨੂੰ ਭਰ ਕੇ ਅਸੀਂ ਇਹ ਵਾਕ ਪੂਰੇ ਕਰਨੇ ਹਨ। ਧੋਖੇ ਨਾਲ ਸਫਲਤਾ ਪ੍ਰਾਪਤ ਕਰਨ ਵਾਲੇ ਦਾ ਇੱਥੇ ਖਾਲੀ ਸਥਾਨ ਹੈ ਵੀ ਮਾੜਾ ਹੁੰਦਾ ਹੈ। ਦੂਜਾ ਵਾਕ ਹੈ, ਮਨੁੱਖ ਦੀ ਸਾਰੀ ਜ਼ਿੰਦਗੀ ਇੱਕ ਖਾਲੀ ਸਥਾਨ ਹੈ। ਨਿਰਾਸ਼ਾ ਮਨੁੱਖੀ, ਫਿਰ ਇੱਥੇ ਖਾਲੀ ਸਥਾਨ ਹੈ, ਘਟਾ ਕੇ ਰੱਖ ਦਿੰਦੀ ਹੈ। ਕੱਲ ਅਸੀਂ, ਫਿਰ ਇੱਥੇ ਖਾਲੀ ਸ਼ਕਤੀ ਹੈ, ਜਿੱਤਾਂ ਵੀ ਪ੍ਰਾਪਤ ਕਰ ਸਕਦੇ ਹਾਂ। ਇਹ ਕਦੀ ਨਾ ਸੋਚੋ ਕਿ ਕੰਮ ਰੈਸ਼ ਹੀ ਹੋ ਜਾਵੇਗਾ। ਸੋ ਇਹ 5 ਸ਼ਬਦ ਭਰ ਕੇ ਅਸੀਂ ਇਹ ਵਾਕ ਪੂਰੇ ਕਰਨੇ ਹਨ। ਸੋ ਤੁਸੀਂ ਪਾਠ ਦੇ ਆਧਾਰ 'ਤੇ ਸੋਚੋ ਕਿ ਕਿੱਥੇ ਕੀ ਆਵੇਗਾ। ਵੀਡੀਓ ਨੂੰ ਰੋਕ ਲਓ, ਪਹਿਲਾਂ ਇਸ ਨੂੰ ਸੋਚੋ। ਉੱਤਰ ਆਪਣੀ ਕਾਪੀਆਂ ਵਿੱਚ ਨੋਟ ਕਰੋ। ਹੁਣ ਆਪਣੇ ਉੱਤਰ ਵੀਡੀਓ ਦੇ ਨਾਲ ਮਿਲਾਓ। ਧੋਖੇ ਨਾਲ ਸਫਲਤਾ ਪ੍ਰਾਪਤ ਕਰਨ ਵਾਲੇ ਦਾ ਹਸ਼ਰ ਸ਼ਬਦ ਇੱਥੇ ਆਏਗਾ, ਵੀ ਮਾੜਾ ਹੁੰਦਾ ਹੈ। ਮਨੁੱਖ ਦੀ ਸਾਰੀ ਜ਼ਿੰਦਗੀ ਇੱਕ ਸੰਘਰਸ਼ ਸ਼ਬਦ ਇੱਥੇ ਆਏਗਾ, ਸੰਘਰਸ਼ ਹੈ। ਨਿਰਾਸ਼ਾ ਮਨੁੱਖੀ ਸ਼ਕਤੀ ਸ਼ਬਦ ਇੱਥੇ ਆਏਗਾ, ਘਟਾ ਕੇ ਰੱਖ ਦਿੰਦੀ ਹੈ। ਕੱਲ ਅਸੀਂ ਵੱਡੀਆਂ ਸ਼ਬਦ ਆਏਗਾ, ਜਿੱਤਾਂ ਵੀ ਪ੍ਰਾਪਤ ਕਰ ਸਕਦੇ ਹਾਂ। ਇਹ ਕਦੀ ਨਾ ਸੋਚੋ ਕਿ ਕੰਮ ਆਪੇ ਹੋ ਜਾਵੇਗਾ। ਸੋ ਆਪੇ ਸ਼ਬਦ ਆਉਣ ਨਾਲ ਇਹ ਵਾਕ ਵੀ ਪੂਰਾ ਹੋ ਗਿਆ। ਸੋ ਇਹ 5 ਸ਼ਬਦ ਭਰ ਕੇ ਸਾਡੇ ਇਹ 5 ਵਾਕ ਪੂਰੇ ਹੋ ਗਏ। ਅਗਲਾ ਭਾਗ ਹੈ ਵਾਕਾਂ ਵਿੱਚ ਵਰਤੋ। ਸਾਡੇ ਕੋਲ ਇਹ ਸ਼ਬਦ ਹਨ, ਅਸੀਂ ਇਹਨਾਂ ਨੂੰ ਵਾਕਾਂ ਦੇ ਵਿੱਚ ਵਰਤਣਾ ਹੈ। ਪਹਿਲਾ ਹੈ ਨਸੀਬ, ਸ਼ਨਾਖਤ, ਸਿਲਸਿਲਾ, ਤਰਕੀਬ, ਖੁਸ਼ਹਾਲ, ਅਣਥਕ, ਭੈ, ਜ਼ਿਹਨ। ਸੋ ਇਹਨਾਂ ਨੂੰ ਵਾਕਾਂ ਦੇ ਵਿੱਚ ਅਸੀਂ ਵਰਤਣਾ ਹੈ। ਤੁਸੀਂ ਇਹਨਾਂ ਦੇ ਵਾਕ ਬਣਾਉਣ ਦੀ ਕੋਸ਼ਿਸ਼ ਕਰੋ। ਇਹ ਨਹੀਂ ਹੈ ਕਿ ਜੋ ਵਾਕ ਵੀਡੀਓ ਦੇ ਵਿੱਚ ਬਣਾਏ ਗਏ ਹਨ ਉਹੀ ਸਹੀ ਹਨ। ਤੁਹਾਡੇ ਵਾਕ ਵੀ ਸਹੀ ਹੋਣਗੇ। ਵਾਕ ਬਣਾਉਂਦੇ ਹੋਏ ਅਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਸ਼ਬਦ ਜੋ ਹੈ ਜਦੋਂ ਵਾਕ ਦੇ ਵਿੱਚ ਵਰਤਿਆ ਜਾ ਰਿਹਾ ਹੈ ਉਸ ਦਾ ਅਰਥ ਸਹੀ ਰੂਪ ਵਿੱਚ ਸਪਸ਼ਟ ਹੋਵੇ। ਸੋ ਆਓ ਵਾਕ ਬਣਾਉਂਦੇ ਹਾਂ। ਪਹਿਲਾ ਸ਼ਬਦ ਹੈ ਨਸੀਬ।
ਪਹਿਲਾ ਵਾਕ, ਵਧੀਆ ਮੌਕੇ ਹਰ ਮਨੁੱਖ ਨੂੰ ਨਸੀਬ ਹੁੰਦੇ ਹਨ। ਸ਼ਨਾਖਤ, ਵਧੀਆ ਮੌਕਿਆਂ ਦੀ ਸ਼ਨਾਖਤ ਨਹੀਂ ਹੋ ਸਕਦੀ। ਸਿਲਸਿਲਾ, ਸਾਨੂੰ ਜਿੱਤਾਂ ਦਾ ਸਿਲਸਿਲਾ ਜਾਰੀ ਰੱਖਣਾ ਚਾਹੀਦਾ ਹੈ। ਸੋ ਇਹ 3 ਵਾਕ ਬਣ ਗਏ। ਅੱਗੇ ਹੈ ਤਰਕੀਬ। ਜਿੱਤ ਪ੍ਰਾਪਤੀ ਦੀ ਖਾਹਿਸ਼ ਨਾਲ ਹੀ ਕਿੰਨੀਆਂ ਤਰਕੀਬਾਂ ਸੁੱਝ ਜਾਂਦੀਆਂ ਹਨ। ਖੁਸ਼ਹਾਲ, ਖੁਸ਼ਹਾਲ ਜ਼ਿੰਦਗੀ ਲਈ ਮਿਹਨਤ ਬਹੁਤ ਜ਼ਰੂਰੀ ਹੈ। ਅਣਥੱਕ, ਆਵਿਸ਼ਕਾਰ ਅਣਥੱਕ ਲੋਕਾਂ ਦੀ ਮਿਹਨਤ ਸਦਕਾ ਹੀ ਹੋਂਦ ਵਿੱਚ ਆਏ ਹਨ। ਭੈ, ਡਰ ਤੇ ਭੈ ਸਾਨੂੰ ਜੀਵਨ ਵਿੱਚ ਖੁਸ਼ ਨਹੀਂ ਹੋਣ ਦਿੰਦੇ। ਜ਼ਿਹਨ, ਜ਼ਿਹਨ ਵਿੱਚ ਬੈਠਾ ਡਰ ਸਾਨੂੰ ਜੀਵਨ ਵਿੱਚ ਖੁਸ਼ ਨਹੀਂ ਹੋਣ ਦਿੰਦਾ। ਸੋ ਇਹ ਸਾਡੇ 8 ਵਾਕ ਬਣ ਗਏ। 8 ਸ਼ਬਦਾਂ ਨੂੰ ਵਰਤ ਕੇ ਅਸੀਂ 8 ਵਾਕ ਬਣਾ ਲਏ। ਹੁਣ ਅਗਲੇ ਭਾਗ ਵੱਲ ਵੱਧਦੇ ਹਾਂ। ਅੱਗੇ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ। ਸਾਡੇ ਕੋਲ ਫਿਰ ਅੱਗੇ 5 ਪ੍ਰਸ਼ਨ ਹਨ, ਅਸੀਂ ਉਹਨਾਂ ਦੇ ਉੱਤਰ ਦੇਣੇ ਹਨ। ਪਹਿਲਾ ਪ੍ਰਸ਼ਨ ਹੈ, ਜਿੱਤਾਂ ਤੇ ਹਾਰਾਂ ਦਾ ਮਨ ਉੱਤੇ ਕੀ ਪ੍ਰਭਾਵ ਪੈਂਦਾ? ਸੋ ਜਿੱਤਾਂ ਤੇ ਹਾਰਾਂ ਦਾ ਮਨ ਤੇ ਕੀ ਪ੍ਰਭਾਵ ਪੈਂਦਾ ਹੈ, ਅਸੀਂ ਇਹ ਦੱਸਣਾ ਹੈ। ਇਸ ਪ੍ਰਸ਼ਨ ਦਾ ਉੱਤਰ ਵੀ ਸਾਨੂੰ ਪਾਠ ਵਿੱਚੋਂ ਬਹੁਤ ਹੀ ਆਸਾਨੀ ਨਾਲ ਮਿਲ ਜਾਂਦਾ ਹੈ। ਇਸ ਪ੍ਰਸ਼ਨ ਦਾ ਉੱਤਰ ਉੱਥੋਂ ਲੱਭੋ। ਹੁਣ ਆਪਣੇ ਉੱਤਰ ਨੂੰ ਵੀਡੀਓ ਦੇ ਨਾਲ ਮਿਲਾਓ। ਸਹੀ ਉੱਤਰ ਹੈ, ਜਿੱਤਾਂ ਮਨੁੱਖ ਨੂੰ ਖੁਸ਼ੀ ਦਿੰਦੀਆਂ ਹਨ ਅਤੇ ਹਾਰਾਂ ਮਨੁੱਖ ਨੂੰ ਨਿਰਾਸ਼ ਕਰਦੀਆਂ ਹਨ। ਨਿਰਾਸ਼ਾ ਮਨੁੱਖੀ ਸ਼ਕਤੀ ਘਟਾ ਕੇ ਰੱਖ ਦਿੰਦੀ ਹੈ। ਨਿਰਾਸ਼ਾ ਮਨੁੱਖੀ ਸ਼ਕਤੀ ਘਟਾ ਕੇ ਰੱਖ ਦਿੰਦੀਆਂ ਹਨ। ਜਿਹੜੀ ਨਿਰਾਸ਼ਾ ਹੈ ਉਹ ਮਨੁੱਖੀ ਸ਼ਕਤੀ ਨੂੰ ਰੱਖ ਦਿੰਦੀ ਹੈ। ਨਿਰਾਸ਼ਾ ਮਨੁੱਖੀ ਸ਼ਕਤੀ ਨੂੰ ਘਟਾਉਂਦੀ ਹੈ। ਹਾਰਾਂ ਮਨੁੱਖ ਨੂੰ ਨਿਰਾਸ਼ ਕਰਦੀਆਂ ਨੇ ਤੇ ਨਿਰਾਸ਼ਾ ਮਨੁੱਖੀ ਸ਼ਕਤੀ ਘਟਾਉਂਦੀ ਹੈ। ਜਿੱਤਾਂ ਮਨੁੱਖ ਨੂੰ ਖੁਸ਼ੀ ਦਿੰਦੀਆਂ ਹਨ। ਅਗਲਾ ਪ੍ਰਸ਼ਨ, ਜ਼ਿੰਦਗੀ ਵਿੱਚ ਨਿਰਾਸ਼ਾ ਤੋਂ ਬਚਣ ਲਈ ਕੀ ਕੁਝ ਕਰਨਾ ਚਾਹੀਦਾ ਹੈ? ਸੋ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ, ਜ਼ਿੰਦਗੀ ਵਿੱਚ ਨਿਰਾਸ਼ਾ ਤੋਂ ਬਚਣ ਲਈ ਨਿਰਾਸ਼ਾ ਪੈਦਾ ਕਰਨ ਵਾਲੇ ਮੌਕਿਆਂ ਤੋਂ ਬਚੋ। ਅਜਿਹੇ ਮੌਕੇ ਪੈਦਾ ਕਰੋ ਜਿੱਥੇ ਜਿੱਤਾਂ ਹਨ, ਖੁਸ਼ੀਆਂ ਹਨ। ਅਗਲਾ ਪ੍ਰਸ਼ਨ, ਕਿਸੇ ਨੂੰ ਧੋਖਾ ਦੇ ਕੇ ਪ੍ਰਾਪਤ ਕੀਤੀ ਸਫਲਤਾ ਤੇ ਤੁਸੀਂ ਖੁਸ਼ੀ ਕਿਉਂ ਨਹੀਂ ਪ੍ਰਾਪਤ ਕਰ ਸਕਦੇ? ਸੋ ਇਸ ਪ੍ਰਸ਼ਨ ਦਾ ਉੱਤਰ ਵੀ ਸਾਨੂੰ ਪਾਠ ਦੇ ਅੰਤਲੇ ਹਿੱਸੇ ਦੇ ਵਿੱਚੋਂ ਬਹੁਤ ਹੀ ਆਸਾਨੀ ਨਾਲ ਮਿਲ ਜਾਂਦਾ ਹੈ। ਇਸ ਪ੍ਰਸ਼ਨ ਦਾ ਉੱਤਰ ਉੱਥੋਂ ਲੱਭੋ। ਹੁਣ ਵੇਖਦੇ ਹਾਂ ਸਹੀ ਉੱਤਰ ਕੀ ਹੈ। ਕਿਸੇ ਨੂੰ ਧੋਖਾ ਦੇ ਕੇ ਪ੍ਰਾਪਤ ਕੀਤੀ ਸਫਲਤਾ ਤੋਂ ਮਿਲੀਆਂ ਖੁਸ਼ੀਆਂ ਬਨਾਉਟੀ ਹੋ ਜਾਂਦੀਆਂ ਹਨ। ਇੱਕ ਡਰ ਤੇ ਭੈ ਸਾਡੇ ਜ਼ਿਹਨ ਵਿੱਚ ਵੜ ਜਾਂਦਾ ਹੈ ਜੋ ਸਾਨੂੰ ਪੂਰੀ ਤਰ੍ਹਾਂ ਖੁਸ਼ ਨਹੀਂ ਹੋਣ ਦਿੰਦਾ। ਸੋ ਸਾਡੀ ਖੁਸ਼ੀਆਂ ਜਿਹੜੀਆਂ ਨੇ ਉਹ ਬਨਾਉਟੀ ਹੋ ਜਾਂਦੀਆਂ ਨੇ। ਡਰ ਤੇ ਭੈ ਸਾਡੇ ਜ਼ਿਹਨ 'ਚ ਵੜ ਜਾਂਦਾ, ਅੰਦਰ ਵੜ ਜਾਂਦਾ, ਉਹ ਸਾਨੂੰ ਪੂਰੀ ਤਰ੍ਹਾਂ ਖੁਸ਼ ਨਹੀਂ ਹੋਣ ਦਿੰਦਾ। ਅਗਲਾ ਪ੍ਰਸ਼ਨ, ਸਾਡੀ ਸਫਲਤਾ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ? ਸੋ ਇਸ ਪ੍ਰਸ਼ਨ ਦਾ ਉੱਤਰ ਪਹਿਲਾਂ ਵੀ ਲਿਖ ਲਿਆ ਸੀ, ਪਹਿਲਾਂ ਵੀ ਆ ਲਿਆ ਇਹ ਪ੍ਰਸ਼ਨ। ਇਸ ਨੂੰ ਹੁਣ ਦੁਬਾਰਾ, ਕਿਉਂਕਿ ਪਾਠ ਪੁਸਤਕ ਦੇ ਵਿੱਚ ਦੁਬਾਰਾ ਆਇਆ ਹੋਇਆ ਤਾਂ ਅਸੀਂ ਇਸ ਦਾ ਉੱਤਰ ਦੁਬਾਰਾ ਲਿਖਦੇ ਹਾਂ। ਸਾਡੀ ਸਫਲਤਾ ਸਾਫ਼ ਸੁਥਰੀ ਹੋਣੀ ਚਾਹੀਦੀ ਹੈ। ਕਿਉਂਕਿ ਇੱਥੇ ਪ੍ਰਸ਼ਨਾਂ ਦੇ ਉੱਤਰ ਅਸੀਂ ਥੋੜ੍ਹੇ ਵੱਡੇ ਲਿਖ ਰਹੇ ਹਾਂ, ਸੋ ਇਸ ਨੂੰ ਥੋੜ੍ਹਾ ਜ਼ਿਆਦਾ ਵਿਸਥਾਰ ਦੇ ਵਿੱਚ ਲਿਖਾਂਗੇ। ਸਾਡੀ ਸਫਲਤਾ ਸਾਫ਼ ਸੁਥਰੀ ਹੋਣੀ ਚਾਹੀਦੀ ਹੈ। ਕਿਸੇ ਨੂੰ ਧੋਖਾ ਦੇ ਕੇ, ਕਿਸੇ ਦਾ ਹੱਕ ਮਾਰ ਕੇ ਪ੍ਰਾਪਤ ਕੀਤੀ ਨਹੀਂ ਹੋਣੀ ਚਾਹੀਦੀ। ਹੁਣ 5ਵਾਂ ਪ੍ਰਸ਼ਨ, ਇਸ ਪਾਠ ਤੋਂ ਸਾਨੂੰ ਕੀ ਸੰਦੇਸ਼ ਮਿਲਦਾ ਹੈ? ਸੋ ਇਸ ਪਾਠ ਨੂੰ ਪੜ੍ਹਨ ਤੋਂ ਬਾਅਦ ਤੁਸੀਂ ਖੁਦ ਸੋਚਣਾ ਹੈ ਕਿ ਇਸ ਪਾਠ ਤੋਂ ਤੁਹਾਨੂੰ ਕੀ ਸੰਦੇਸ਼ ਮਿਲਿਆ। ਸੋ ਉਸ ਦਾ ਉੱਤਰ ਪਾਠ ਦੇ ਆਧਾਰ ਤੇ ਤੁਸੀਂ ਆਪ ਤਿਆਰ ਕਰਨਾ ਹੈ। ਹੁਣ ਅਗਲੇ ਭਾਗ ਵੱਲ ਵੱਧਦੇ ਹਾਂ। ਵਿਰੋਧੀ ਸ਼ਬਦ ਲਿਖੋ। ਸਾਡੇ ਕੋਲ ਇਹ 5 ਸ਼ਬਦ ਹਨ, ਨਿਰਾਸ਼ਾ, ਸਫਲਤਾ, ਹਾਰ, ਸਾਫ਼ ਤੇ ਕਾਮਯਾਬ। ਅਸੀਂ ਇਹਨਾਂ ਦੇ ਵਿਰੋਧੀ ਸ਼ਬਦ ਲਿਖਣੇ ਹਨ। ਸੋ ਤੁਸੀਂ ਵੀਡੀਓ ਨੂੰ ਰੋਕ ਕੇ ਪਹਿਲਾਂ ਇਹਨਾਂ ਦੇ ਵਿਰੋਧੀ ਸ਼ਬਦ ਲਿਖੋ, ਆਪਣੀ ਕਾਪੀਆਂ ਦੇ ਵਿੱਚ ਨੋਟ ਕਰੋ। ਹੁਣ ਆਪਣੇ ਉੱਤਰ ਵੀਡੀਓ ਦੇ ਨਾਲ ਮਿਲਾਓ। ਨਿਰਾਸ਼ਾ ਦਾ ਆਸ਼ਾ, ਸਫਲਤਾ ਦਾ ਅਸਫਲਤਾ, ਹਾਰ ਦਾ ਜਿੱਤ, ਸਾਫ਼ ਦਾ ਗੰਦਾ,
ਕਾਮਯਾਬ ਦਾ ਨਾਕਾਮਯਾਬ। ਹੁਣ ਅਗਲੇ ਭਾਗ ਵੱਲ ਵੱਧਦੇ ਹਾਂ। ਅੱਗੇ ਲਿਖੇ ਸ਼ਬਦਾਂ ਦੇ ਹਿੰਦੀ ਅਤੇ ਅੰਗਰੇਜ਼ੀ ਰੂਪ ਲਿਖੋ। ਸਾਡੇ ਕੋਲੇ ਇਹ 6 ਸ਼ਬਦ ਹਨ ਪੰਜਾਬੀ ਦੇ ਵਿੱਚ ਲਿਖੇ ਹੋਏ। ਜੀਵਨ, ਜਿੱਤ, ਲੋਕ, ਆਦਤ, ਸਫਲਤਾ, ਖੁਸ਼। ਅਸੀਂ ਇਹਨਾਂ ਦੇ ਹਿੰਦੀ ਅਤੇ ਅੰਗਰੇਜ਼ੀ ਰੂਪ ਲਿਖਣੇ ਹਨ। ਸੋ ਤੁਸੀਂ ਇਹਨਾਂ ਦੇ ਹਿੰਦੀ ਅਤੇ ਅੰਗਰੇਜ਼ੀ ਰੂਪ ਪਹਿਲਾਂ ਆਪ ਲਿਖੋ। ਹੁਣ ਆਪਣੇ ਉੱਤਰ ਵੀਡੀਓ ਦੇ ਨਾਲ ਮਿਲਾਓ। ਜੀਵਨ ਹਿੰਦੀ 'ਚ ਜ਼ਿੰਦਗੀ, ਅੰਗਰੇਜ਼ੀ ਦੇ ਵਿੱਚ ਲਾਈਫ, ਪੰਜਾਬੀ 'ਚ ਸ਼ਬਦ ਹੈ ਜਿੱਤ, ਇਸ ਦਾ ਹਿੰਦੀ ਰੂਪ ਹੈ ਜੀਤ, ਅੰਗਰੇਜ਼ੀ 'ਚ ਕਹਿੰਦੇ ਹਨ ਵਿਕਟਰੀ। ਪੰਜਾਬੀ 'ਚ ਲੋਕ, ਹਿੰਦੀ 'ਚ ਹੋ ਗਿਆ ਲੋਗ, ਅੰਗਰੇਜ਼ੀ ਦੇ ਵਿੱਚ ਪੀਪਲ। ਪੰਜਾਬੀ ਦੇ ਵਿੱਚ ਆਦਤ ਸ਼ਬਦ, ਹਿੰਦੀ ਦੇ ਵਿੱਚ ਵੀ ਆਦਤ, ਅੰਗਰੇਜ਼ੀ ਦੇ ਵਿੱਚ ਹੈਬਿਟ। ਪੰਜਾਬੀ ਦੇ ਵਿੱਚ ਸਫਲਤਾ, ਹਿੰਦੀ ਦੇ ਵਿੱਚ ਵੀ ਸਫਲਤਾ, ਅੰਗਰੇਜ਼ੀ ਦੇ ਵਿੱਚ ਸਕਸੈਸ। ਪੰਜਾਬੀ ਦੇ ਵਿੱਚ ਖੁਸ਼, ਹਿੰਦੀ ਦੇ ਵਿੱਚ ਵੀ ਖੁਸ਼, ਅੰਗਰੇਜ਼ੀ ਦੇ ਵਿੱਚ ਹੈਪੀ। ਹੁਣ ਅਗਲੇ ਹਿੱਸੇ ਵੱਲ ਵੱਧਦੇ ਹਾਂ। ਅੱਗੇ ਲਿਖੇ ਸ਼ਬਦਾਂ ਨੂੰ ਸ਼ੁੱਧ ਕਰਕੇ ਲਿਖੋ। ਸਾਡੇ ਕੋਲੇ ਇਹ 5 ਸ਼ਬਦ ਹਨ, ਅਸੀਂ ਇਹਨਾਂ ਨੂੰ ਸ਼ੁੱਧ ਕਰਕੇ ਲਿਖਣਾ ਹੈ। ਸੋ ਪਹਿਲਾਂ ਤੁਸੀਂ ਇਹਨਾਂ ਨੂੰ ਸ਼ੁੱਧ ਕਰਕੇ ਆਪ ਲਿਖੋ ਆਪਣੀ ਕਾਪੀਆਂ ਦੇ ਵਿੱਚ। ਹੁਣ ਆਪਣੇ ਉੱਤਰ ਨੂੰ ਵੀਡੀਓ ਦੇ ਨਾਲ ਮਿਲਾਓ। ਜਿੱਤ, 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 ਜੱਜੇ ਨੂੰ ਸਿਹਾਰੀ ਪਰ ਅਦਕ ਤੱਤਾ ਜਿੱਤ। ਇੱਥੇ ਅਦਕ ਨਹੀਂ ਲੱਗੀ ਹੋਈ, ਇੱਥੇ ਅਦਕ ਲੱਗੀ ਤਾਂ ਇਹ ਸ਼ਬਦ ਸ਼ੁੱਧ ਹੋ ਗਿਆ। ਅਵਸਲੇ, ਅਵਸਲੇ ਹੁੰਦਾ ਅਵੇਸਲੇ। ਇੱਥੇ ਆੜਾ ਵਾਵਾ ਸੱਸੇ ਨੂੰ ਲਾਵਾਂ, ਲੱਲੇ ਨੂੰ ਲਾਵਾਂ। ਅਸਲ ਰੂਪ ਹੈ ਜੋ ਸ਼ੁੱਧ ਰੂਪ ਹੈ, ਆੜਾ ਵਾਵੇ ਨੂੰ ਲਾਵਾਂ, ਸੱਸਾ ਲੱਲੇ ਨੂੰ ਲਾਵਾਂ ਤੇ ਲੱਲੇ ਦੇ ਪੈਰ ਦੇ ਵਿੱਚ ਬਿੰਦੀ। ਸਿਆਣੇ, ਸੱਸੇ ਨੂੰ ਸਿਹਾਰੀ, ਆੜੇ ਨੂੰ ਕੰਨਾ ਤੇ ਨੰਨੇ ਨੂੰ ਲਾਵਾਂ। ਸ਼ੁੱਧ ਰੂਪ ਹੈ ਸੱਸੇ ਨੂੰ ਸਿਹਾਰੀ, ਆੜੇ ਨੂੰ ਕੰਨਾ, ਨਾਣਾ, ਨੰਨਾ ਨਹੀਂ ਨਾਣਾ, ਨਾਣਾ ਆਏਗਾ, ਨਾਣੇ ਨੂੰ ਲਾਵਾਂ, ਸਿਆਣੇ। ਅਸਫਲਤਾਵਾਂ, ਅਸਫਲਤਾਵਾਂ, ਫੱਫੇ ਦੇ ਪੈਰ 'ਚ ਬਿੰਦੀ ਆਏਗੀ। ਸਿਲਸਿਲਾ, ਸ਼ੁੱਧ ਰੂਪ ਹੈ ਸਿਲਸਿਲਾ, ਇੱਥੇ ਸੱਸੇ ਨੂੰ ਬਿਹਾਰੀ ਲੱਗੀ ਹੋਈ ਹੈ, ਇੱਥੇ ਸੱਸੇ ਨੂੰ ਸਿਹਾਰੀ ਲੱਗੀ। ਸੋ ਇਹ ਸੀ ਪਾਠ ਸਫਲਤਾਵਾਂ ਅਤੇ ਅਸਫਲਤਾਵਾਂ। ਇਸ ਨੂੰ ਅਸੀਂ ਪੜ੍ਹਿਆ, ਸਮਝਿਆ ਅਤੇ ਇਸ ਦੇ ਪਾਠ ਅਭਿਆਸ ਨੂੰ ਹੱਲ ਕੀਤਾ। ਸੋ ਤੁਸੀਂ ਵੀਡੀਓ ਨੂੰ ਵਾਰ-ਵਾਰ ਦੇਖ ਕੇ ਇਸ ਪਾਠ ਨੂੰ ਸਮਝੋ। ਇਸ ਦੇ ਪਾਠ ਅਭਿਆਸ ਨੂੰ ਆਪਣੀਆਂ ਕਾਪੀਆਂ ਦੇ ਵਿੱਚ ਨੋਟ ਕਰੋ, ਆਪਣੀ ਕਾਪੀਆਂ ਦੇ ਵਿੱਚ ਲਿਖੋ। ਬਹੁਤ ਬਹੁਤ ਧੰਨਵਾਦ।